ਆਡੀਓ ਰਿਕਾਰਡਿੰਗ ਰਾਹੀਂ ਇੱਕ ਸਾਧਕ ਨੇ ਆਪਣੀ ਮਨੋਦਸ਼ਾ ਬਿਆਨ ਕੀਤੀ ਹੈ, ਪਰ ਉਸ ਤੋਂ ਪਹਿਲਾਂ ਇਹ ਦੂਸਰੇ ਗਰੁੱਪ ਦੇ ਵਿੱਚ ਇੱਕ ਗਿਆਨੀ ਨੇ ਆਪਣਾ ਗਿਆਨ ਵੀ ਬਖਾਨ ਕੀਤਾ ਹੈ। ਪਹਿਲਾਂ ਤੁਸੀਂ ਇਹਨੂੰ ਸਮਝੋ। ਇਹ ਹਨ ਬਲਵਿੰਦਰ ਸਿੰਘ। ਇਹਨਾਂ ਨੇ ਲਿਖਿਆ ਹੈ, ਨਾ ਕਿਤੇ ਜਾਣਾ ਹੈ, ਨਾ ਕੁਝ ਹੋਣਾ ਹੈ, ਨਾ ਕੁਝ ਬਣਨਾ ਹੈ, ਨਾ ਕੁਝ ਕਰਨਾ ਹੈ। ਜੀਵਨ ਅਭੀ ਇਸੀ ਪਲ ਤੁਹਾਡੇ ਮਨ ਦੀ ਅਥਿਰਤਾ ਵਿੱਚ ਮੌਜੂਦ ਹੈ। ਰੁਕੇ ਹੋਏ ਮਨ ਵਿੱਚ ਤੁਹਾਨੂੰ ਈਸ਼ਵਰ ਦਾ ਅਹਿਸਾਸ ਹੋਵੇਗਾ। ਇਹ ਧਰਮ ਦਾ ਸਾਰ ਸੂਤਰ ਹੈ। ਜਿਹਨੂੰ ਈਸ਼ਵਰ ਦਾ ਅਹਿਸਾਸ ਹੋਵੇਗਾ ਨਾ, ਜਾਂ ਹੋ ਰਿਹਾ ਹੈ, ਉਹ ਅਜੇ ਮੁਕਤ ਨਹੀਂ ਹੈ। ਈਸ਼ਵਰ ਦਾ ਅਹਿਸਾਸ ਜਿੰਨਾ ਚਿਰ ਹੁੰਦਾ ਹੈ, ਅਹਿਸਾਸ ਕਿਹਨੂੰ ਹੋਵੇਗਾ? ਮਨ ਨੂੰ। ਉਹਨਾਂ ਚਿਰ ਮੈਂ ਮੌਜੂਦ ਹੈ। ਜਿੰਨਾ ਚਿਰ ਮੈਂ ਮੌਜੂਦ ਹੈ, ਉਹਨਾਂ ਚਿਰ ਹਉ ਹੈ। ਹਉਮੈ ਹਉਮੈ ਨਾਮੈ ਨਾਲ ਵਿਰੋਧ ਹੈ, ਦੋਵੇਂ ਨਾ ਬਸੈ ਇੱਕ ਠਾਏ। ਮੈਂ ਹਉ, ਹਉ ਤੋਂ ਹੀ ਮੁਕਤ ਹੋਣਾ ਹੈ। ਹਉ ਤੋਂ ਹੀ ਹੋਣਾ ਹੈ ਨਾ ਮੁਕਤ। ਪਰ ਸਿਰਫ ਮੁਕਤੀ ਦੀ ਗੱਲ ਕਹਿ ਕੇ ਜਾਂ ਕਰਕੇ ਜਾਂ ਸਮਝ ਕੇ ਤੁਸੀਂ ਮੁਕਤ ਥੋੜ੍ਹੀ ਹੋ ਜਾਓਗੇ। ਉੱਪਰ ਇਹਨਾਂ ਨੇ ਲੇਖ ਵੀ ਲਿਖਿਆ ਹੈ, ਵੀ ਜਿਹੜਾ ਕੁਝ ਨਹੀਂ ਮੰਗਦਾ ਹੈ, ਸੰਸਾਰ 'ਤੇ ਮੰਗਣਾ ਹੀ ਨਹੀਂ ਹੈ, ਪਦਾਰਥ ਨਹੀਂ ਮੰਗਣੇ ਹਨ, ਘਰ ਦੁਆਰ ਨਹੀਂ ਮੰਗਣਾ, ਕੁਛ ਨਹੀਂ ਮੰਗਦਾ ਹੈ। ਜਿਹੜਾ ਮੁਕਤੀ ਦੀ ਆਕਾਂਸ਼ਾ ਵੀ ਨਹੀਂ ਕਰਦਾ। ਤਾਂ ਉਹਨਾਂ ਨੇ ਇੱਕ ਪ੍ਰਮਾਣ ਵੀ ਦਿੱਤਾ ਹੈ ਕਿ ਗੁਰੂ ਸਾਹਿਬ ਜੀ ਨੇ ਕਿਹਾ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾ। ਉਹਨਾਂ ਨੇ ਉਦੋਂ ਕਿਹਾ ਸੀ ਜਦੋਂ ਉਹ ਬਾਹਰ ਸੰਸਾਰ ਤੋਂ ਮੁਕਤ ਹੋ ਗਏ ਸਨ। ਇਹ ਗੱਲ ਖਿਆਲ ਵਿੱਚ ਰੱਖੋ ਵੀ ਇੱਕ ਮੁਕਤੀ ਹੈ ਬਾਹਰੋਂ, ਪਰ ਤੋਂ ਹੋਣੀ ਹੈ, ਪਰ ਤੋਂ ਮੁਕਤ ਹੋਣਾ ਹੈ, ਸੰਸਾਰ ਤੋਂ ਮੁਕਤ ਹੋਣਾ ਹੈ, ਝੂਠ ਤੋਂ ਮੁਕਤ ਹੋਣਾ। ਦੂਸਰਾ, ਜਿਸ ਕਾਰਨ ਝੂਠ ਪੈਦਾ ਹੋਇਆ ਹੈ, ਉਹਨੂੰ ਕਹਿੰਦੇ ਹਨ ਹਉ ਮੈਂ। ਉਹ ਤੋਂ ਵੀ ਮੁਕਤ ਹੋਣਾ ਹੈ। ਪਰ ਤੁਸੀਂ ਬੈਠੇ ਹੋਏ ਹੋ ਸੰਸਾਰ ਦੇ ਵਿੱਚ, ਅਜੇ ਸੰਸਾਰ 'ਚ ਤੁਸੀਂ ਮੁਕਤ ਹੋਏ ਨਹੀਂ। ਅਗਰ ਹੋ ਹੀ ਗਏ ਹੁੰਦੇ ਬਲਵਿੰਦਰ ਸਿੰਘ ਜੀ, ਫਿਰ ਸੁਣਦੇ ਨਾ, ਮੁਕਤ ਤਾਂ ਨਹੀਂ ਹੋਏ ਹੋ। ਨਾ ਹੀ ਜੋ ਤੁਸੀਂ ਲਿਖਿਆ ਹੈ ਵੀ ਸਥਿਰਤਾ ਮਨ ਦੀ ਹੋਈ ਹੈ। ਗੌਰ ਕਰੋ, ਥੋੜ੍ਹਾ ਜਿਹਾ ਖਿਆਲ ਕਰੋ, ਆਪਣੇ ਵੱਲ ਤਵੱਜੋ ਦਿਓ। ਅਗਰ ਤੁਹਾਨੂੰ ਨਹੀਂ ਹੋਈ ਸਥਿਰਤਾ,
ਤੁਸੀਂ ਮੁਕਤ ਨਹੀਂ ਹੋਏ ਤੇ ਸਮਝਾ ਕਿਹਨੂੰ ਰਹੇ ਹੋ? ਕਿਉਂ ਸਮਝਾ ਰਹੇ ਹੋ? ਦੇਖੋ ਤੁਸੀਂ, ਕਮਾਲ ਦੀ ਗੱਲ ਹੈ ਨਾ। ਇੱਥੇ ਵੀ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਗਿਆਨ ਅੰਦਰ ਖੜਬੜਾ ਰਿਹਾ ਹੈ ਇਹਨਾਂ ਦੇ। ਗਿਆਨੀ ਨੂੰ ਗਿਆਨ ਦਿਖਾਉਣ ਦੀ ਬੜੀ ਇੱਛਾ ਹੁੰਦੀ। ਜਿਵੇਂ ਕਵੀ ਹੈ ਨਾ, ਕੋਈ ਕਵਿਤਾ ਨਾ ਸੁਣੇ ਉਹਨੂੰ ਬੜਾ ਖਿਆਈ ਹੁੰਦੀ ਹੈ। ਚੁਗਲੀ ਨੂੰ ਢਿੱਡ ਪੀੜ ਹੋਣ ਲੱਗ ਜਾਂਦੀ ਹੈ, ਚੁਗਲਖੋਰ ਨੂੰ ਚੁਗਲੀ ਨਾ ਕਰੇ। ਇੱਦਾਂ ਗਿਆਨੀ ਦੇ ਅੰਦਰ ਵੀ ਗਿਆਨ ਬੱਝਾ ਨਹੀਂ ਰਹਿੰਦਾ। ਹੋ ਹੀ ਇੰਨਾ ਗਿਆ ਹੈ, ਉਹ ਫਿਰ ਦੱਸਦਾ ਹੈ ਦੂਸਰਿਆਂ ਨੂੰ। ਇੱਥੇ ਤਾਂ ਪੁੱਛਿਆ ਵੀ ਨਹੀਂ ਗਿਆ ਸੀ, ਤਾਂ ਵੀ ਦੱਸ ਰਹੇ ਹਨ। ਤੇ ਬਾਹਰ ਕੀ ਹਾਲ ਕਰਦੇ ਹੋਣਗੇ ਦੂਸਰਿਆਂ ਦਾ? ਸੋਚੋ ਤੁਸੀਂ, ਖਿਆਲ ਕਰੋ। ਫਿਰ ਇਹ ਗਿਆਨ ਸਾਰਾ ਇਹਨਾਂ ਦਾ ਬਾਹਰੋਂ ਆਇਆ ਹੋਇਆ ਹੈ। ਕੁਛ ਪੜ੍ਹਿਆ, ਕੁਛ ਸੁਣਿਆ, ਕੁਛ ਵਿਚਾਰਿਆ, ਚਿੰਤਨ ਕੀਤਾ, ਤੋ ਸਾਰਾ ਹੀ ਬਾਹਰ ਦਾ। ਇਹੋ ਹੀ ਮੈਂ ਪਿੱਛੇ ਜੇ ਕਿਹਾ ਸੀ ਨਾ, ਕੂੜ ਕਬਾੜ ਇਹਨੂੰ ਸੁੱਟੋ। ਇਹ ਪਰ ਹੈ, ਇਹ ਗਿਆਨ ਤੁਹਾਡਾ ਨਹੀਂ ਹੈ। ਤੇ ਤੁਹਾਨੂੰ ਮੁਕਤ ਨਹੀਂ ਕਰੇਗਾ। ਹੁਣ ਤੁਸੀਂ ਸਮਝ ਲਿਆ ਮੁਕਤੀ ਬਾਰੇ। ਖਿਆਲ ਕਰੋ, ਸਮਝ ਕੇ ਮੁਕਤੀ ਬਾਰੇ ਤੁਸੀਂ ਮੁਕਤ ਥੋੜ੍ਹੀ ਹੋ ਗਏ ਹੋ ਵੀ ਕੁਛ ਵੀ ਨਹੀਂ ਮੰਗਣਾ ਹੈ, ਕੁਛ ਨਹੀਂ ਚਾਹਣਾ ਹੈ। ਆਹ ਜਿਹੜੀਆਂ ਗੱਲਾਂ ਲਿਖੀਆਂ, ਅਗਰ ਤੁਸੀਂ ਕਰ ਵੀ ਲਓ, ਪਹਿਲੀ ਗੱਲ ਕਰਦੇ ਨਹੀਂ ਹੋ ਤੁਸੀਂ, ਔਰ ਕਰ ਵੀ ਲਓ ਤਾਂ ਵੀ ਨਹੀਂ ਮੁਕਤ ਹੋਣਾ ਹੈ। ਖਿਆਲ ਵਿੱਚ ਰੱਖੋ, ਇਹ ਸਿਰਫ ਪੜ੍ਹ ਸੁਣ ਕੇ ਥੋੜ੍ਹੀ। ਤੇ ਮੁਕਤੀ ਦਾ ਪ੍ਰਮਾਣ ਦੇਣ ਵਾਸਤੇ ਇਹਨਾਂ ਨੇ ਇੱਕ ਸੂਫੀ ਫਕੀਰ ਹੋਏ ਹਨ। ਮਲਕ ਬਿਨ ਦੀਨਾਰ ਦੀ ਇੱਕ ਘਟਨਾ ਲਿਖੀ ਹੈ, ਜੋ ਬਹੁਤ ਪ੍ਰਸਿੱਧ ਹੈ ਕਿ ਉਹਨਾਂ ਨੇ ਫਕੀਰ ਹੋਣ ਤੋਂ ਪਹਿਲਾਂ ਇੱਕ ਮੰਗ ਕੀਤੀ, ਆਕਾਂਸ਼ਾ ਉੱਠੀ ਉਹਨਾਂ ਦੇ ਅੰਦਰ, ਚਾਹਤ ਉੱਠੀ, ਜਿਵੇਂ ਆਮ ਸਾਧਾਰਣਤਾ ਹੈ ਧਾਰਮਿਕ ਲੋਕਾਂ ਦੇ ਅੰਦਰ ਉੱਠਦੀ ਹੈ ਜੋ ਧਰਮ ਦੇ ਵਿੱਚ ਪ੍ਰਵਿਸ਼ਟ ਹੁੰਦੇ ਹਨ, ਵੀ ਮੈਂ ਧਰਮ ਦਾ ਮੁਖੀ ਬਣਾ, ਧਾਰਮਿਕ ਆਗੂ ਬਣਾ। ਇੱਦਾਂ ਹੀ ਇਹਨਾਂ ਦੇ ਮਨ ਦੇ ਵਿੱਚ ਇੱਕ ਆਕਾਂਸ਼ਾ ਉੱਠੀ ਵੀ ਉੱਥੋਂ ਦੀ ਜਿਹੜੀ ਸ਼ਾਹੀ ਮਸਜਿਦ ਹੈ ਉਹਦਾ ਮੁਖੀ ਹੋਵਾਂ, ਭਾਵ ਕਿ ਧਾਰਮਿਕ ਪਦ 'ਤੇ ਸਾਰਿਆਂ ਨੂੰ ਉੱਪਰ ਹੋਵਾਂ, ਮੁਖੀ ਹੋਵਾਂ, ਧਰਮ ਦਾ ਆਗੂ, ਜਥੇਦਾਰ, ਮੁਖੀਆ। ਆਕਾਂਸ਼ਾ ਉੱਠੀ, ਸੁਭਾਵਿਕ ਹੀ ਸੀ। ਧਰਮ ਕਰਮ ਕਮਾਉਣਾ ਸ਼ੁਰੂ ਕੀਤਾ। ਤੇ ਜਿਹੜੀ ਐਸੀ ਆਕਾਂਸ਼ਾ ਹੋਵੇ ਤੇ ਉਹ ਬਹੁਤ ਜ਼ਿਆਦਾ ਧਰਮ ਕਰਮ ਕਮਾਉਂਦਾ ਹੈ ਵੀ ਸ਼ਾਇਦ ਪੂਰੀ ਹੋ ਜਾਵੇ। ਤੇ ਇਹਨੇ ਵੀ ਮਲਕ ਬਿਨ ਦੀਨਾਰ ਨੇ ਬੜੀ ਧਾਰਮਿਕ ਭਾਵਨਾ ਨਾਲ ਕੋਸ਼ਿਸ਼ ਕੀਤੀ ਵੀ ਲੋਕ ਮੇਰੀ ਧਾਰਮਿਕ ਭਾਵਨਾ ਨੂੰ ਦੇਖਣਗੇ, ਸਮਝਣਗੇ। ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਅਦਾ ਕੀਤੀ, ਦੇਰ ਤੱਕ ਬੈਠਾ ਰਿਹਾ, ਦਿਖਾਉਂਦਾ ਰਿਹਾ ਵੀ ਬਾਹਰੋਂ ਦੇਖਣ, ਤੇ ਸ਼ਾਇਦ ਮੇਰੇ 'ਤੇ ਨਿਗਾਹ ਲੋਕਾਂ ਦੀ ਪੈ ਜਾਵੇ ਤਾਂ ਮੈਨੂੰ ਬਣਾ ਦੇਣ ਮੁਖੀਆ ਵੀ ਇਹ ਸਾਰਿਆਂ ਨੂੰ ਵੱਡਾ ਧਾਰਮਿਕ ਹੈ। ਕੁਝ ਸਾਲ ਗੁਜ਼ਰਨ ਤੋਂ ਬਾਅਦ ਉਹਨੇ ਸੋਚਿਆ ਵੀ ਬੇਵਕੂਫੀ ਦੀ ਗੱਲ ਹੈ ਵੀ ਮੈਂ ਕਿਹੜੀ ਆਕਾਂਸ਼ਾ ਦੇ ਪਿੱਛੇ ਪੈ ਗਿਆ, ਮੈਂ ਤਾਂ ਇਹ ਪਖੰਡ ਕਰ ਰਿਹਾ ਤੇ ਆਪਣਾ ਜੀਵਨ ਵੀ ਬਰਬਾਦ ਕਰ ਰਿਹਾ ਵੀ ਛੱਡੋ ਪਰ, ਇਹ ਆਕਾਂਸ਼ਾ ਨੂੰ ਛੱਡੋ, ਪਰਮਾਤਮਾ ਦਾ ਚਿੰਤਨ ਕਰਦੇ।
ਇਹ ਤਾਂ ਪੁੱਠੇ ਪਾਸੇ ਤੁਰ ਪਿਆ ਤੇ ਸੰਸਾਰ ਹੀ ਹੈ। ਭਾਵੇਂ ਧਾਰਮਿਕ ਆਗੂ ਵੀ ਬਣ ਜਾਵਾਂ ਤਾਂ ਵੀ ਸੰਸਾਰ ਹੀ ਹੈ। ਤਾਂ ਮੁਕਤ ਹੋਣ, ਦੇਖੋ ਮੁਕਤ ਹੋਣ ਦੀ ਆਕਾਂਸ਼ਾ ਇਹਨੂੰ ਵੀ ਹੋਵੇਗੀ ਤਾਂ ਹੀ ਪ੍ਰਭੂ ਵਾਲੇ ਪਾਸੇ ਗਿਆ ਹੈ। ਇਹ ਆਕਾਂਸ਼ਾ ਛੁੱਟ ਗਈ ਤੇ ਜਿੱਦਣ ਛੁੱਟੀ ਹੈ ਨਾ ਤੇ ਉਦਣ ਹੀ ਅਗਲੇ ਦਿਨ ਕਹਿੰਦੇ ਹਨ ਉਹ ਜਿਹੜੇ ਕਮੇਟੀ ਦੇ ਮੈਂਬਰ ਸਨ ਉਹ ਪਹੁੰਚ ਗਏ, ਤੁਹਾਨੂੰ ਅਸੀਂ ਧਾਰਮਿਕ ਮੁਖੀਆ ਬਣਾਉਣਾ ਚਾਹੁੰਦੇ। ਇਹਨੂੰ ਖਿਆਲ ਵਿੱਚ ਆਇਆ ਵੀ ਇੱਕ ਆਕਾਂਸ਼ਾ ਛੱਡਣ ਨਾਲ ਐਡੀ ਛੇਤੀ ਆਕਾਂਸ਼ਾ ਪੂਰੀ ਹੁੰਦੀ ਹੈ ਤੇ ਮੈਂ ਸੰਸਾਰ ਦੀਆਂ ਸਾਰੀਆਂ ਹੀ ਆਕਾਂਸ਼ਾਵਾਂ ਛੱਡ ਦਿਆਂ। ਫਿਰ ਖਿਆਲ ਵਿੱਚ ਰੱਖਿਓ ਇਹ ਗੱਲ ਵੀ ਮੁਕਤੀ ਦੀ ਆਕਾਂਸ਼ਾ ਕਰਨੀ ਹੈ ਸੰਸਾਰ ਦੀਆਂ ਆਕਾਂਸ਼ਾਵਾਂ ਛੱਡਣ ਵਾਸਤੇ। ਛੋਟੀਆਂ ਛੋਟੀਆਂ ਆਕਾਂਸ਼ਾ ਕਰਨ, ਪਹਿਲਾਂ ਸੰਸਾਰ ਤੋਂ ਮੁਕਤ ਹੋਣਾ ਹੈ। ਬਹੁਤ ਚੀਜ਼ਾਂ ਦੇ ਨਾਲ ਤੁਸੀਂ ਬੰਧੇ ਹੋਏ ਹੋ, ਸਾਰੀਆਂ ਨਾਲੋਂ ਮੁਕਤ ਹੋਣਾ ਹੈ। ਮੁਕਤੀ ਇੱਕ ਪੱਖ ਤੋਂ ਥੋੜ੍ਹੀ ਹੋਵੇਗੀ। ਤੇ ਮੁਕਤੀ ਦੀ ਆਕਾਂਸ਼ਾ ਕਰਕੇ ਇਹ ਵੀ ਫਿਰ ਬਾਅਦ ਦੇ ਵਿੱਚ ਬਹੁਤ ਸਮੇਂ ਫਕੀਰ ਰਿਹਾ ਹੈ, ਧਿਆਨ ਕਰਦਾ ਰਿਹਾ, ਸਾਧਨਾ ਕਰਦਾ ਰਿਹਾ, ਛੱਡਦਾ ਰਿਹਾ ਹੌਲੀ ਹੌਲੀ, ਸੰਸਾਰ ਨੂੰ ਮੁਕਤ ਹੁੰਦਾ ਰਿਹਾ। ਫਿਰ ਉਹ ਜਿਹੜੀ ਆਖਰੀ ਮੁਕਤੀ ਹੈ ਉਹ ਤਾਂ ਉਦੋਂ ਹੀ ਹੁੰਦੀ ਹੈ ਨਾ ਜਦੋਂ ਮੁਕਤੀ ਦੇ ਮਾਰਗ 'ਤੇ ਪਹੁੰਚ ਜਾਂਦਾ ਹੈ ਆਦਮੀ। ਸੰਸਾਰ ਨਾਲੋਂ ਮੁਕਤ ਹੋ ਗਿਆ, ਫਿਰ ਦਰਵਾਜ਼ੇ 'ਤੇ ਪਹੁੰਚ ਗਿਆ, ਦਰ 'ਤੇ ਪਹੁੰਚ ਗਿਆ। ਫਿਰ ਦਰ 'ਤੇ ਗੁਰੂ ਕਹਿੰਦਾ ਹੈ ਵੀ ਇਹ ਮੁਕਤੀ ਨਾਲੋਂ ਵੀ ਮੁਕਤ ਹੋ ਜਾਏ, ਪਰ ਦਰ 'ਤੇ ਪਹੁੰਚ ਗਏ। ਪਹਿਲਾਂ ਸੰਸਾਰ ਨਾਲੋਂ ਮੁਕਤ ਤੇ ਹੋਏ ਨਹੀਂ ਹੋ ਤੇ ਤੁਸੀਂ ਕਹਿ ਦਿਓ ਵੀ ਇਹ ਮੁਕਤੀ ਦੀ ਆਕਾਂਸ਼ਾ ਵੀ ਛੱਡਦੇ ਆ, ਫਿਰ ਕਿਵੇਂ ਮੁਕਤ ਹੋ ਜਾਊਗੇ? ਮੁਕਤੀ ਦੀ ਆਕਾਂਸ਼ਾ ਤਾਂ ਸੰਸਾਰ ਨਾਲੋਂ ਮੁਕਤ ਹੋਣ ਵਾਸਤੇ। ਇਹ ਇਉਂ ਹੀ ਹੈ ਜਿਵੇਂ ਗੰਗਾ ਬਹੁਤ ਧਾਰਾਵਾਂ ਦੇ ਵਿੱਚ ਪਿੱਛੋਂ ਚੱਲ ਰਹੀ ਹੈ। ਛੋਟੇ ਛੋਟੇ ਝਰਨੇ ਹਨ ਤੋ ਸਾਰੇ ਹੀ ਇੱਕ ਨਦੀ ਦੇ ਵਿੱਚ ਪੈ ਜਾਂਦੇ ਹਨ। ਤੋ ਉਹ ਗੰਗਾ ਦਾ ਰੂਪ ਲੈ ਕੇ ਸਾਗਰ ਵੱਲ ਨੂੰ ਚੱਲਦੀ ਹੈ। ਇਸੇ ਕਾਰਨ ਹੀ ਹੋ ਸਕਦਾ ਹੈ ਸਾਧਕਾਂ ਨੇ ਸਾਧਨਾ ਕੀਤੀ ਸੀ ਨਦੀਆਂ ਦੇ ਕੰਢਿਆਂ 'ਤੇ ਬੈਠ ਕੇ ਵੀ ਜਿਵੇਂ ਇਹ ਇੱਕ ਹੋ ਗਈ ਹੈ ਇੱਦਾਂ ਅਸੀਂ ਵੀ ਇੱਕ ਹੋ ਜੀ। ਸਾਰੀਆਂ ਆਕਾਂਸ਼ਾਵਾਂ ਨੂੰ ਇੱਕ ਆਕਾਂਸ਼ਾ ਦੇ ਵਿੱਚ ਪਰੋ ਦੇਣਾ, ਮੁਕਤੀ ਦੀ। ਸਾਰੀਆਂ ਸੰਸਾਰ ਦੀਆਂ ਚਾਹਤਾਂ ਨੂੰ ਇੱਕ ਚਾਹਤ ਦੇ ਵਿੱਚ ਪਰੋ ਦੇਣਾ। ਪਹਿਲਾਂ ਇਉਂ ਹੋਵੇਗਾ ਤੋ ਫਿਰ ਸਾਗਰ ਵੱਲ ਨੂੰ ਚੱਲਦੀ ਹੈ ਇੱਕ ਆਕਾਂਸ਼। ਫਿਰ ਜਦੋਂ ਸਾਗਰ ਦੇ ਕੋਲ ਜਾਂਦੀ ਹੈ ਤਾਂ ਉਦੋਂ ਫਿਰ ਮੁਕਤੀ ਦੀ ਇੱਛਾ ਵੀ ਖਤਮ ਹੋ ਜਾਂਦੀ ਹੈ, ਕਿਉਂਕਿ ਮੁਕਤ ਹੋ ਹੀ ਗਈ, ਸਾਗਰ 'ਚ ਮਿਲ ਗਈ। ਸਾਗਰ 'ਚ ਤਾਂ ਹੀ ਮਿਲਦੀ ਹੈ ਨਾ ਜਦੋਂ ਮੁਕਤ ਹੋ ਜਾਂਦੀ। ਨਦੀ ਤੋਂ ਮੁਕਤ ਹੋ ਗਈ, ਸਾਗਰ ਰੂਪ ਹੋ ਗਈ, ਪਰ ਉਹ ਆਖਰੀ ਹੈ। ਤੇ ਪਹਿਲਾਂ ਸੰਸਾਰ ਤੋਂ ਮੁਕਤ ਹੋਣਾ ਹੈ, ਝੂਠ ਤੋਂ ਮੁਕਤ ਹੋਣਾ ਹੈ, ਪਰ ਤੋਂ ਮੁਕਤ ਹੋਣਾ ਹੈ, ਫਿਰ ਮੈਂ ਤੋਂ ਮੁਕਤ ਹੋਣਾ ਹੈ। ਫਿਰ ਦੂਸਰੀ ਗੱਲ ਇਹ ਵੀ ਖਿਆਲ ਵਿੱਚ ਰੱਖਣ ਯੋਗ ਹੈ ਵੀ ਪਰ ਤੋਂ ਮੁਕਤ ਹੋਣ ਦੀ ਆਕਾਂਸ਼ਾ ਤੁਸੀਂ ਕਰ ਸਕਦੇ ਹੋ, ਪਰ ਮੈਂ ਤੋਂ ਮੁਕਤ ਹੋਣ ਦੀ ਆਕਾਂਸ਼ਾ ਵੀ ਨਹੀਂ ਤੁਸੀਂ ਕਰ ਸਕਦੇ। ਇਹ ਗੱਲ ਖਿਆਲ ਰੱਖਿਓ। ਮੈਂ ਇਹਨਾਂ ਨੂੰ ਵੀ ਕਹਿੰਦਾ ਹਾਂ, ਬਲਵਿੰਦਰ ਸਿੰਘ ਹੋਣਾ ਨੂੰ, ਤੁਸੀਂ ਥੋੜ੍ਹਾ ਜਿਹਾ ਤਵੱਜੋ ਦਿਓ, ਖਿਆਲ ਕਰੋ ਵੀ ਆਪਣੇ ਆਪ ਤੋਂ ਮੁਕਤ ਹੋਣਾ ਦਾ ਕੀ ਭਾਵ ਹੁੰਦਾ ਹੈ। ਮੈਂ ਤੋਂ ਮੁਕਤ ਹੋਣਾ, ਮਿਟਣ ਦੀ ਆਕਾਂਸ਼ਾ ਤੁਹਾਡਾ ਮਨ ਥੋੜ੍ਹੀ ਕਰ ਰਿਹਾ ਹੈ। ਜੇ ਕਰ ਹੀ ਰਿਹਾ ਹੁੰਦਾ ਤੁਸੀਂ ਸੰਸਾਰ 'ਚ ਬੈਠੇ ਹੁੰਦੇ। ਤੁਸੀਂ ਮਿਟਣਾ ਚਾਹੁੰਦੇ ਹੋ? ਕੌਣ ਚਾਹੁੰਦਾ ਹੈ ਮਿਟਣਾ? ਸੁੰਨ ਹੋਣਾ, ਨਾ ਕੁਝ ਹੋਣਾ। ਇਹ ਗੱਲ ਕਰ ਦੇਣੀ ਸਿਖਾਲੀ ਹੈ। ਗਿਆਨ ਦੂਜਿਆਂ ਨੂੰ ਬਖਾਣ ਦੇਣਾ ਸਿਖਾਲਾ ਹੈ, ਉਪਦੇਸ਼ ਦੇਣਾ ਸਿਖਾਲਾ ਹੈ। ਤੇ ਬਹੁਤ ਹਨ ਐਸੇ ਗਿਆਨੀ, ਬਹੁਤ ਗਿਆਨ ਵੰਡਿਆ ਜਾ ਰਿਹਾ, ਮੁਕਤੀ ਦੀਆਂ ਗੱਲਾਂ ਹੋ ਰਹੀਆਂ। ਮੁਕਤ ਹੋਣਾ ਕੌਣ ਚਾਹੁੰਦਾ ਹੈ? ਬਹੁਤ ਕਠਿਨ ਹੈ, ਖਿਆਲ ਵਿੱਚ ਰੱਖੋ।
ਤੇ ਮੈਂ ਤੋਂ ਮੁਕਤ ਹੋਣ ਦੀ ਆਕਾਂਸ਼ਾ ਵੀ ਤੁਸੀਂ ਨਹੀਂ ਕਰ ਸਕਦੇ, ਕਿਉਂਕਿ ਮਨ ਹੀ ਆਕਾਂਸ਼ਾ ਆਪਣੇ ਆਪ ਨੂੰ ਮਾਰਨ ਦੀ ਥੋੜ੍ਹੀ ਕਰੇਗਾ। ਨਾ ਹੋਣ ਦੀ ਤੇ ਉਹਨਾਂ ਨੇ ਕੀਤੀ ਸੀ ਜਿਨ੍ਹਾਂ ਦਾ ਬਾਹਰੀ ਮਨ ਨਹੀਂ ਸੀ ਰਹਿ ਗਿਆ। ਆਖਰੀ ਦਸ਼ਾ ਦੇ ਵਿੱਚ ਐਸਾ ਘਟਦਾ ਹੈ, ਉਹ ਘਟਦਾ ਹੈ ਘਟਨਾ ਗੁਰੂ ਦੁਆਰਾ ਘਟਦੀ ਹੈ, ਜਿਹੜੀ ਮੁਕਤੀ ਦੀ ਆਕਾਂਸ਼ਾ। ਪਹਿਲਾਂ ਤਾਂ ਕੋਈ ਚੱਲਦਾ ਹੈ ਮੁਕਤੀ ਦੀ ਆਕਾਂਸ਼ਾ ਕਰਕੇ ਹੀ ਚੱਲਦਾ ਹੈ। ਸੰਸਾਰ ਚੋਂ ਮੁਕਤ ਹੋਣਾ ਹੈ, ਦੁੱਖਾਂ ਤੋਂ ਮੁਕਤ ਹੋਣਾ, ਕਲੇਸ਼ਾਂ ਤੋਂ ਮੁਕਤ ਹੋਣਾ, ਆਵਾਗਮਨ ਤੋਂ ਮੁਕਤ ਹੋਣਾ, ਕਿਹਾ ਹੀ ਹੈ ਨਾ। ਤਾਂ ਹੀ ਤੁਸੀਂ ਚੱਲੋਗੇ। ਜਿਵੇਂ ਆ ਪਹਿਲੇ ਗਰੁੱਪ ਦੇ ਵਿੱਚ ਗੁਰਮੁਖ ਪਿਆਰੇ ਨੇ ਆਡੀਓ ਰਿਕਾਰਡਿੰਗ ਰਾਹੀਂ ਕਿਹਾ ਹੈ, ਮਨ ਦੀ ਦਸ਼ਾ ਬਿਆਨ ਕੀਤੀ ਹੈ ਵੀ ਮੇਰਾ ਮਨ ਕਾਫੀ ਹੱਦ ਤੱਕ ਸੀਮਤ ਤੇ ਹੋ ਗਿਆ ਹੈ, ਬਹੁਤਾ ਅੱਗੇ ਪਿੱਛੇ ਨਹੀਂ ਜਾਂਦਾ ਹੈ। ਘਟ ਗਏ ਹਨ ਵਿਚਾਰ, ਫਿਰ ਵੀ ਵਿਚਾਰਾਂ 'ਚ ਪਿਆ ਰਹਿੰਦਾ ਹੈ। ਤੇ ਸੋਚਦਾ ਰਹਿੰਦਾ ਹੈ। ਫਿਰ ਦੂਸਰੀ ਗੱਲ ਇਹ ਹੈ ਵੀ ਐਸੋ ਜੀ ਅਵਸਥਾ, ਜਿਹੜੀ ਅਵਸਥਾ ਤੇ ਇਹ ਹੈ ਨਾ, ਇਹਦੇ ਵਿੱਚ ਬੜੀ ਬੇਚੈਨੀ ਜੀ ਹੁੰਦੀ ਹੈ ਸਾਧਕ। ਉਹ ਕਿਉਂ ਭਲਾ? ਉਹਨੂੰ ਪਤਾ ਤੇ ਲੱਗ ਜਾਂਦਾ ਹੈ ਵੀ ਜਦੋਂ ਬਿਲਕੁਲ ਨਿਰਵਿਚਾਰ ਹੋ ਗਿਆ ਉਦੋਂ ਕਿੰਨਾ ਆਨੰਦ ਹੈ। ਕਦੇ ਕਦੇ ਝਲਕ ਵੀ ਮਿਲਦੀ ਹੈ, ਪਰ ਉਹ ਨਿਰਵਿਚਾਰ ਹੋ ਨਹੀਂ ਪਾਉਂਦਾ ਹੈ ਤੇ ਵਿਚਾਰਾਂ ਦੇ ਵਿੱਚ ਬੇਚੈਨੀ ਹੁੰਦੀ ਹੈ। ਇਹ ਉਹਨੂੰ ਹੀ ਪਤਾ ਲੱਗਦਾ ਹੈ ਜਿਹੜਾ ਵਿਚਾਰਾਂ ਨੂੰ ਦੇਖਦਾ, ਜਿਹੜਾ ਮਨ ਨੂੰ ਦੇਖਦਾ। ਆਮ ਸੰਸਾਰੀ ਨੂੰ ਨਹੀਂ ਪਤਾ ਲੱਗਦਾ। ਕਈ ਤਾਂ ਵਿਚਾਰਾਂ 'ਚ ਹੀ ਮਜ਼ਾ ਲੈ ਰਹੇ ਹਨ, ਸੋਚ ਕੇ ਮਜ਼ਾ ਲਈ ਜਾਂਦੇ ਹਨ। ਸੋਚਣ 'ਚ ਵੀ ਮਨ ਮਜ਼ਾ ਲੈਂਦਾ ਹੈ। ਅਗਿਆਨੀ ਸੋਚ ਕੇ ਮਜ਼ਾ ਲਈ ਜਾਂਦੇ ਹਨ। ਵਿਚਾਰਕ ਜ਼ਿਆਦਾਤਰ ਲੋਕ ਵਾਸ਼ਨਾ ਬਾਰੇ ਸੋਚ ਕੇ ਕਈ ਮਜ਼ਾ ਲੈਂਦੇ ਆ। ਤੇ ਜਿਹੜੇ ਮਜ਼ਾ ਲੈ ਰਹੇ ਹਨ ਸੋਚ ਕੇ, ਉਹ ਤਾਂ ਡੁੱਬੇ ਹੋਏ ਆ। ਜਿਹੜਾ ਅਲੱਗਾ ਹੋ ਕੇ ਥੋੜ੍ਹਾ ਜਿਹਾ ਦੇਖ ਰਿਹਾ ਵੀ ਮਨ ਚੱਲ ਰਿਹਾ ਹੈ, ਫਿਰ ਕਦੇ ਕੋਈ ਚੀਜ਼ ਨੂੰ ਪਕੜ ਲੈਂਦਾ ਹੈ, ਕੋਈ ਵਿਚਾਰ ਨੂੰ ਪਕੜ ਲੈਂਦਾ, ਕਦੇ ਕੋਈ ਵਿਚਾਰ ਨੂੰ ਪਕੜ ਲੈਂਦਾ। ਕੋਈ ਨੈਗੇਟਿਵ ਹੋ ਜਾਂਦਾ, ਕਦੀ ਪੋਜ਼ੀਟਿਵ ਹੋ ਜਾਂਦਾ। ਮੈਂ ਅਕਸਰ ਕਹਿਣਾ ਹੁੰਦਾ ਹਾਂ ਵੀ ਜਿੰਨਾ ਚਿਰ ਮਨ ਹੈ ਨਾ, ਉਹਨਾਂ ਚਿਰ ਇਹ ਡੋਲਦਾ ਹੀ ਰਹੇਗਾ। ਡੋਲਣ ਦਾ ਨਾਮ ਹੀ ਮਨ ਹੈ, ਚੱਲਣ ਦਾ ਨਾਮ ਹੀ ਮਨ ਹੈ। ਜਿਵੇਂ ਪੁਰਾਣੇ ਸਮਿਆਂ 'ਚ ਘੜੀ ਲੱਗੀ ਹੁੰਦੀ ਸੀ ਨਾ ਦੀਵਾਰ 'ਤੇ, ਉਹਦਾ ਥੱਲੇ ਪੈਂਡੂਲਮ ਹਿਲਦਾ ਰਹਿੰਦਾ ਸੀ। ਤਾਂ ਉਹ ਹਿਲਦਾ ਰਹੇ ਤੇ ਘੜੀ ਚੱਲਦੀ ਰਹਿੰਦੀ ਸੀ। ਹਿੱਲਣ ਕਰਕੇ ਉਹ ਚੱਲਦੀ ਰਹਿੰਦੀ ਸੀ। ਉਹਦੇ ਚਾਬੀ ਵੀ ਨਹੀਂ ਸੀ ਭਰਦੇ, ਨਾ ਕੋਈ ਸੈੱਲ ਪਾਉਂਦੇ ਸਨ। ਇੱਦਾਂ ਹੀ ਮਨ ਹੈ, ਮਨ ਹਿਲਦਾ ਰਹਿੰਦਾ ਤੇ ਚੱਲਦਾ ਰਹਿੰਦਾ। ਤੇ ਜ਼ਿਆਦਾ ਦੂਰ ਤੱਕ ਨਹੀਂ ਹਿਲਦਾ ਹੈ, ਇਹ ਕਹਿੰਦਾ ਥੋੜ੍ਹੀ ਦੂਰ ਤੱਕ ਹਿਲਦਾ ਹੈ। ਵਿਚਾਰ ਚੱਲਦੇ ਹਨ ਤੇ ਵਿਚਾਰਾਂ ਤੋਂ ਕਿਵੇਂ ਮੁਕਤ ਹੋਇਆ ਜਾ ਸਕਦਾ ਹੈ? ਦੇਖੋ, ਇਹ ਵੀ ਹੁਣ ਖਿਆਲ ਵਿੱਚ ਰੱਖਣ ਯੋਗ ਹੈ ਵੀ ਮੁਕਤੀ ਦੀ ਆਕਾਂਸ਼ਾ ਕਰਕੇ ਹੀ ਵਿਚਾਰਾਂ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਗਰ ਤੁਹਾਡੇ ਅੰਦਰ ਆਕਾਂਸ਼ਾ ਹੀ ਕੋਈ ਨਾ ਹੋਊਗੀ, ਤੁਸੀਂ ਸੋਚੋ ਤੁਸੀਂ ਕੁਛ ਕਰੋਗੇ ਹੀ ਨਹੀਂ। ਪਰ ਐਸਾ ਹੋਵੇਗਾ, ਤੁਸੀਂ ਕਰ ਤੇ ਬਹੁਤ ਕੁਛ ਰਹੇ ਹੋ ਤੇ ਆਕਾਂਸ਼ਾਵਾਂ ਵੀ ਚੱਲ ਰਹੀਆਂ। ਦੇਖੋ, ਕਮਾਲ ਦੀ ਗੱਲ ਇਹ ਹੈ ਵੀ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰ ਦਿੰਦੇ ਹੋ ਵੀ ਸਵਰਗ ਦੀ ਚਾਹਤ ਨਹੀਂ ਚਾਹੀਦੀ, ਬੈਕੁੰਠ ਦੀ ਚਾਹਤ ਨਹੀਂ ਹੋਣੀ ਚਾਹੀਦੀ, ਮੁਕਤੀ ਦੀ ਚਾਹਤ ਨਹੀਂ ਹੋਣੀ ਚਾਹੀਦੀ, ਇੱਛਾ ਨਹੀਂ ਹੋਣੀ ਚਾਹੀਦੀ। ਪਰ ਸੰਸਾਰ ਦੀਆਂ ਇੱਛਾ ਤਾਂ ਤੁਹਾਡੇ ਕੋਲ ਛੁੱਟੀਆਂ ਨਹੀਂ ਅਜੇ ਤੱਕ।
ਇਹ ਨਹੀਂ ਤੁਸੀਂ ਕਹਿੰਦੇ ਵੀ ਸੰਸਾਰ ਦੀਆਂ ਇੱਛਾਵਾਂ ਨਹੀਂ ਹੋਣੀਆਂ ਚਾਹੀਦੀਆਂ, ਚਾਹਤਾਂ ਨਹੀਂ। ਅਗਰ ਨਾ ਹੁੰਦੀਆਂ ਸੰਸਾਰ ਦੀਆਂ ਚਾਹਤਾਂ ਇੱਛਾਵਾਂ, ਤੁਹਾਡਾ ਮਨ ਨਾ ਚੱਲਦਾ। ਖਿਆਲ ਵਿੱਚ ਰੱਖੋ, ਮਨ ਚਾਹਤ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਉਹਨੂੰ ਹੀ ਤ੍ਰਿਸ਼ਨਾ ਕਿਹਾ ਹੈ। ਲਿਵ ਛੁਟਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾ ਹੈ। ਤ੍ਰਿਸ਼ਨਾ ਤੋਂ ਬਗੈਰ ਮਨ ਨਹੀਂ ਚੱਲਦਾ ਹੈ। ਚਾਹਤ ਤੋਂ ਬਗੈਰ ਕਿਵੇਂ ਚੱਲੂਗਾ ਮਨ? ਤੁਹਾਡਾ ਚੱਲ ਰਿਹਾ ਹੈ ਤੇ ਸੰਸਾਰ ਦੀਆਂ ਚਾਹਤਾਂ ਹਨ। ਅਗਰ ਸੰਸਾਰ ਦੀਆਂ ਚਾਹਤਾਂ ਨਹੀਂ ਹਨ ਤੇ ਜੀਣ ਦੀ ਚਾਹਤ ਤੇ ਹੈ ਹੀ ਨਾ। ਤੇ ਜੀਣ ਦੀ ਚਾਹਤ ਕਰਕੇ ਹੀ ਬਾਕੀ ਚਾਹਤਾਂ ਪੈਦਾ ਹੋ ਰਹੀਆਂ। ਕਿਵੇਂ ਜੀਣਾ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਮਨ ਚੱਲ ਰਿਹਾ ਹੈ। ਦੂਸਰਿਆਂ ਨੂੰ ਗਿਆਨ ਵੰਡਣ ਦੀ ਚਾਹਤ, ਇਹ ਵੀ ਤਾਂ ਚਾਹਤ ਹੈ। ਆਪਣੀ ਬੁੱਧੀ ਕਚਰੇ ਨਾਲ ਭਰੀ ਹੋਈ ਹੈ, ਉਹ ਕਚਰਾ ਦੂਸਰਿਆਂ ਦੀ ਬੁੱਧੀ ਦੇ ਵਿੱਚ ਪਾਈ ਜਾ। ਤੇ ਯਾਦ ਕਰ ਲੈਣਾ ਸਾਰਾ ਕੁਛ ਮੁਕਤੀ ਬਾਰੇ। ਤੇ ਯਾਦ ਕੀਤਾ ਹੋਇਆ ਕਿਹੜੇ ਕੰਮ ਆਵੇਗਾ ਤੁਹਾਡੇ? ਫਸੇ ਤਾਂ ਤੁਸੀਂ ਉੱਦਾਂ ਹੀ ਹੋ ਸੰਸਾਰ ਦੇ ਵਿੱਚ। ਤੇ ਸੰਸਾਰ ਦੀਆਂ ਚਾਹਤਾਂ ਨਹੀਂ ਤੁਹਾਡੇ ਕੋਲ ਛੁੱਟ ਰਹੀਆਂ ਹਨ। ਖਿਆਲ ਵਿੱਚ ਰੱਖੋ, ਜੀਵਨ ਦੀ ਚਾਹਤ ਛੱਡਣੀ ਸਾਰਿਆਂ ਨੂੰ ਕਠਿਨ ਹੈ। ਤੇ ਜਿਨ੍ਹਾਂ ਨੇ ਛੱਡੀ ਸੀ ਨਾ, ਉਹ ਆਏ ਸਨ ਗੁਰੂ ਕੋਲ। ਗੁਰੂ ਨੇ ਐਸਾ ਹੀ ਕਿਹਾ ਸੀ ਨਾ ਵੀ ਜਿਹੜਾ ਵਾਸਤਵਿਕ ਦੇ ਵਿੱਚ ਆਪਣੀ ਜੀਵਨ ਦੀ ਚਾਹਤ ਨੂੰ ਛੱਡਦਾ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣ ਕਾ ਤਾ ਆਓ ਹਮਾਰੇ ਪਾਸ। ਕਿਹਾ ਸੀ ਇਹਨਾਂ ਨੇ ਵੀ ਜੀਵਨ ਦੀ ਆਸਾ ਛੱਡੋ, ਇੱਛਾ ਛੱਡੋ, ਚਾਹਤ ਛੱਡੋ ਤੇ ਸਾਰਿਆਂ ਦੀ ਰੇਣ ਹੋ ਜਾਓ। ਗਿਆਨ ਨੂੰ ਛੁੱਟ ਕੇ ਆਓ, ਸਮਝਦਾਰੀ ਨੂੰ ਸਮਰਪਿਤ ਕਰੋ। ਤੇ ਜਿਨ੍ਹਾਂ ਨੇ ਕੀਤੀ ਸੀ ਪੰਜ ਪਿਆਰੇ, ਤਾਂ ਉਹਨਾਂ ਨੇ ਮੁਕਤੀ ਦੀ ਆਕਾਂਸ਼ਾ ਕਰਕੇ ਹੀ ਕੀਤੀ ਸੀ ਨਾ ਸਮਰਪਿਤ। ਆਪਣੀ ਸਮਝਦਾਰੀ, ਜੀਵਨ ਦੀ ਆਕਾਂਸ਼ਾ ਵੀ ਹੁਣ ਅਸੀਂ ਆਪਣੇ ਮਨ ਦੁਆਰਾ ਨਹੀਂ ਜੀਣਾ ਚਾਹੁੰਦੇ, ਅਸੀਂ ਹੁਣ ਤੁਹਾਨੂੰ ਸਮਰਪਿਤ ਕਰਦੇ ਆਪਣਾ ਮਨ। ਜੀਵਨ ਦੀ ਇੱਛਾ ਤਾਂ ਐਡੀ ਛੇਤੀ ਮੁੱਕ ਥੋੜ੍ਹੀ ਗਈ ਸੀ, ਆਸਤੇ ਆਸਤੇ ਮੁੱਕਦੀ ਹੈ। ਪਰ ਸ਼ੁਰੂਆਤ ਹੋ ਗਈ ਸੀ ਜਦੋਂ ਸਿਰ ਦਿੱਤਾ ਸੀ ਉਹਨਾਂ। ਸਿਰ ਦੇਣ ਦਾ ਭਾਵ ਵੀ ਬੁੱਧੀ, ਸਮਝ, ਗਿਆਨ, ਕਿ ਹੁਣ ਅਸੀਂ ਆਪਣੇ ਆਪ ਨਹੀਂ ਸੋਚਣਾ ਹੈ ਆਪਣੇ ਜੀਵਨ ਬਾਰੇ। ਹੁਣ ਤੁਸੀਂ ਸਾਡੇ ਜੀਵਨ ਬਾਰੇ ਸੋਚੋ। ਇਹੋ ਹੀ ਸਮਰਪਣ ਦਾ ਭਾਵ ਹੁੰਦਾ ਹੈ। ਤੇ ਜਿਹਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ, ਮੈਨੂੰ ਮਨ, ਉਹ ਮੁਕਤ ਹੋ ਗਏ। ਦੇਖੋ ਕਿੰਨਾ ਸੁਖਾਲਾ ਹੈ। ਪਰ ਸਮਰਪਿਤ ਕਰਨਾ ਬਹੁਤ ਔਖਾ ਹੈ, ਬਹੁਤ ਕਠਿਨ ਹੈ ਸਮਰਪਣ ਦਾ ਮਾਰਗ। ਕੌਣ ਹੋਣਾ ਚਾਹੁੰਦਾ ਹੈ ਜ਼ੀਰੋ, ਸਿਫਰ, ਨਾ ਕੁਝ? ਫਿਰ ਖਿਆਲ ਵਿੱਚ ਰੱਖਿਓ ਵੀ ਮਨ ਅਗਰ ਮੁਕਤੀ ਦੀ ਆਕਾਂਸ਼ਾ ਕਰ ਲਵੇ ਨਾ, ਫਿਰ ਵੈਸਾ ਹੀ ਹੋਵੇਗਾ ਜੈਸਾ ਬਾਬੇ ਲਹਿਣੇ ਨੂੰ ਅੰਤਿਮ ਸਮੇਂ ਹੋਇਆ ਸੀ।
ਵੀ ਹੁਣ ਜੋ ਵੀ ਗੁਰੂ ਕਵੇ ਉਹ ਹੀ ਕਰਨਾ ਹੈ। ਜਿੱਦਾਂ ਵੀ ਗੁਰੂ ਕਵੇ ਉੱਦਾਂ ਹੀ ਕਰਨਾ। ਤਾਂ ਬਹੁਤ ਕਠਿਨ ਪ੍ਰੀਖਿਆ ਲਈ ਸੀ। ਇਹ ਵੈਸ਼ਣਵੀ ਸਨ ਬਾਬਾ ਲਹਿਣਾ ਜੀ। ਤੇ ਮਾਸ ਤੋਂ ਤਾਂ ਦੂਰ ਰਹਿੰਦੇ ਹੋਣਗੇ, ਕਿਰਣਾ ਵੀ ਹੋਵੇਗੀ। ਤੇ ਬਾਬੇ ਨਾਨਕ ਨੇ ਕਿਹਾ ਵੀ ਤੂੰ ਜੇ ਅੱਗ ਇੰਨਾ ਹੀ ਸਵੀਕਾਰ ਕਰਦਾ ਹੈ ਬਚਨ ਮੰਨਦਾ ਹੈ ਤੇ ਆਖਰੀ ਬਚਨ ਵੀ ਮੰਨ, ਖਾ ਹੁਣ ਮੁਰਤ। ਉਹਨਾਂ ਨੇ ਸਵੀਕਾਰ ਕੀਤਾ। ਮੁਰਦਾ ਖਾਣ ਦੀ ਲੋੜ ਨਹੀਂ ਪਈ। ਇਹ ਪ੍ਰਤੀਕ ਕਹਾਣੀ ਹੈ, ਭਾਵ ਕਿ ਉਹ ਜੋ ਮਨ ਨਹੀਂ ਸੀ ਕਰਨਾ ਚਾਹੁੰਦਾ ਕੰਮ ਕਦੇ ਵੀ, ਕਿਸੇ ਹਾਲਤ ਵਿੱਚ ਵੀ, ਉਹ ਵੀ ਸਵੀਕਾਰ ਕੀਤਾ। ਗੁਰੂ ਨੇ ਕਿਹਾ ਤਾਂ ਮਨ ਮਿਟ ਗਿਆ। ਪਰ ਇਹ ਮਾਰਗ ਜਿਹੜਾ ਸਮਰਪਣ ਦਾ ਇਹ ਵੀ ਕਠਿਨ ਹੈ, ਕਿਉਂਕਿ ਨਾ ਕੁਝ ਹੋਣਾ ਕੋਈ ਨਹੀਂ ਚਾਹੁੰਦਾ ਹੈ। ਮਨ ਤੇ ਕੁਛ ਹੋਣਾ ਚਾਹੁੰਦਾ ਹੈ ਵੀ ਮੈਂ ਕੁਝ ਹਾਂ ਦਿਖਾਉਂਦਾ ਹੈ। ਤੇ ਇਹ ਨੌਜਵਾਨ ਜਿਵੇਂ ਕਹਿ ਰਿਹਾ ਹੈ ਕਿ ਮੇਰਾ ਮਨ ਡੋਲ ਰਿਹਾ ਹੈ, ਹਾਲੇ ਚੱਲ ਰਿਹਾ ਹੈ, ਵਿਚਾਰਧਾਰਾ ਚੱਲ ਰਹੀ ਹੈ। ਫਿਰ ਇਹ ਵਿਚਾਰਧਾਰਾ ਜਾਂ ਤਾਂ ਸਮਰਪਣ ਦੁਆਰਾ ਖਤਮ ਹੋ ਸਕਦੀ ਹੈ, ਕਿਉਂਕਿ ਮਨ ਆਪਣੇ ਆਪ ਨੂੰ ਖਤਮ ਨਹੀਂ ਕਰ ਸਕਦਾ, ਜਾਂ ਫਿਰ ਧਿਆਨ ਦੁਆਰਾ ਹੋ ਸਕਦੀ ਹੈ ਵੀ ਬੈਠ ਕੇ ਕਿਤੇ ਲਗਾਤਾਰ ਧਿਆਨ ਕਰ, ਕਿਸੇ ਵੀ ਕੇਂਦਰ 'ਤੇ ਕਰ, ਵਿਚਾਰਾਂ ਵੱਲ ਤਵੱਜੋ ਨਾ ਦੇ, ਖਿਆਲ ਨਾ ਕਰ, ਸੋਚ ਨਾ ਬਹੁਤਾ, ਉੱਧਰੋਂ ਹਟਾ ਧਿਆਨ, ਕਿਸੇ ਕੇਂਦਰ 'ਤੇ ਧਿਆਨ ਕੇਂਦਰਿਤ ਕਰ, ਫਿਰ ਵਿਚਾਰਾਂ ਵੱਲੋਂ ਹਟ। ਫਿਰ ਤੂੰ ਮੁਕਤੀ ਵਾਲੀ ਦਸ਼ਾ ਦੇ ਵਿੱਚ ਪਹੁੰਚ ਜਾਵੇਂਗਾ। ਜਦੋਂ ਵਿਚਾਰਾਂ ਤੋਂ ਹਟ ਗਿਆ ਫਿਰ ਮਨ ਇਕਜੁੱਟ ਹੋ ਜਾਵੇਗਾ, ਜਿਵੇਂ ਗੰਗਾ ਬਣ ਗਈ। ਫਿਰ ਉਹਦੇ ਤੋਂ ਵੀ ਮੁਕਤ ਹੋਣਾ ਹੈ। ਪਰ ਪਹਿਲਾਂ ਵਿਚਾਰਾਂ ਤੋਂ ਮੁਕਤ ਹੋਣਾ ਜ਼ਰੂਰੀ ਹੈ। ਤੇ ਧਿਆਨ ਦੁਬਾਰਾ ਵੀ ਹੋ ਸਕਦਾ ਹੈ, ਪਰ ਕਾਫੀ ਲੰਬਾ ਸਮਾਂ ਧਿਆਨ ਕਰਨਾ ਪਵੇਗਾ। ਤੇ ਆਸਤੇ ਆਸਤੇ ਕਿਸੇ ਕੇਂਦਰ 'ਤੇ ਧਿਆਨ ਕੇਂਦਰਿਤ ਕਰ, ਜਾਂ ਦੂਸਰਾ ਰਸਤਾ ਹੈ ਸਮਰਪਣ ਦਾ। ਉਹ ਵੀ ਬਹੁਤ ਕਠਿਨ ਹੋਵੇਗਾ ਤੇਰੇ ਵਾਸਤੇ, ਕਿਉਂਕਿ ਜਿਹੜਾ ਬੌਧਿਕ ਤਲ 'ਤੇ ਜ਼ਿਆਦਾ ਜੀਂਦਾ ਹੋਵੇ, ਸੋਚਦਾ ਵਿਚਾਰ ਦੇ ਤਲ 'ਤੇ ਜੀਂਦਾ ਹੋਵੇ, ਉਹਨੂੰ ਕਠਿਨ ਹੋ ਜਾਂਦਾ ਵੀ ਸਮਰਪਿਤ ਕਰ ਦੇਣਾ ਆਪਣਾ ਮਨ, ਵੀ ਮੈਂ ਹੁਣ ਕੁਝ ਵੀ ਨਹੀਂ ਚਾਹੁੰਦਾ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਇਹ ਗੁਰੂ ਦੇ ਸਨਮੁਖ ਕੀਤੀ ਹੋਈ ਬੇਨਤੀ ਹੈ ਵੀ ਹੁਣ ਤੁਸੀਂ ਜਾਣ, ਮੇਰੇ ਤੇ ਪ੍ਰੀਤ ਤੁਹਾਡੇ ਚਰਨ ਕਮਲਾਂ ਨਾਲ ਹੈ। ਤੇ ਜਿਹਦੀ ਇਹਦੀ ਗਹਿਰੀ ਪ੍ਰੀਤੀ ਹੋਵੇ, ਪ੍ਰੇਮ ਹੋਵੇ, ਤਾਂ ਉਹ ਤਾਂ ਮੁਕਤ ਹੋ ਹੀ ਜਾਂਦਾ, ਮਿਟ ਜਾਂਦਾ ਹੈ। ਪ੍ਰੇਮ ਮਿਟਾਉਂਦਾ ਹੈ, ਪ੍ਰੇਮ ਦੇ ਵਿੱਚ ਮਿਟਣਾ ਹੁੰਦਾ ਹੈ।
ਇਸੇ ਕਰਕੇ ਚੋਟ ਕੀਤੀ ਜਾਂਦੀ ਪ੍ਰੇਮ ਦੇ ਵਿੱਚ ਜ਼ਿਆਦਾ, ਲੱਗਦੀ ਵੀ ਜ਼ਿਆਦਾ ਹੈ ਪ੍ਰੇਮ ਦੇ ਵਿੱਚ ਚੋਟ। ਪ੍ਰੇਮ ਦੇ ਵਿੱਚ ਹੀ ਮਿਟਣਾ ਹੁੰਦਾ ਤੇ ਪ੍ਰੇਮੀ ਮਿਟਦੇ ਹਨ। ਗਿਆਨ ਦੇ ਰਸਤੇ ਤੇ ਪਰ ਨੂੰ ਛੱਡਣਾ ਹੈ, ਪਰ ਵੱਲੋਂ ਧਿਆਨ ਹਟਾਉਣਾ ਹੈ। ਇਸ ਕਰਕੇ ਧਿਆਨ ਕਰਨਾ ਹੈ। ਧਿਆਨ ਕਰੋ, ਪਰ ਵੱਲੋਂ ਧਿਆਨ ਹਟਾਓ, ਵਿਚਾਰਾਂ ਵੱਲੋਂ ਹਟਾਓ। ਪ੍ਰੇਮ ਦੇ ਮਾਰਗ ਤੇ ਮੈਂ ਨੂੰ ਛੱਡਣਾ ਹੈ, ਮੈਂ ਨੂੰ ਮਿਟਾਉਣਾ ਹੈ। ਤੇ ਮੈਂ ਨੂੰ ਛੱਡਣਾ ਹੈ। ਆਪਣੀ ਸਮਝਦਾਰੀ ਛੱਡਣੀ ਹੈ, ਅਕਲ ਸੱਜਣੀ, ਸੋਚ ਛੱਡਣੀ। ਤੇ ਜਿੰਨੀ ਜਿੰਨੀ ਮੈਂ ਛੱਡਦਾ ਜਾਂਦਾ ਹੈ, ਸ਼ਰਧਾਲੂ ਪ੍ਰੇਮੀ ਭਗਤ ਓਨਾ ਹੀ ਉਹ ਮੁਕਤ ਹੁੰਦਾ ਜਾਂਦਾ ਹੈ। ਉਹ ਮੈਂ ਤੋਂ ਮੁਕਤ ਹੁੰਦਾ ਹੈ ਭਗਤ, ਗਿਆਨੀ ਪਰ ਤੂੰ ਮੁਕਤ ਹੁੰਦਾ ਜਾਂਦਾ ਹੈ। ਜਾਂ ਤਾਂ ਜਿਹੜਾ ਪਰ ਤੋਂ ਮੁਕਤ ਹੋ ਗਿਆ ਟੋਟਲ, ਉਹ ਫਿਰ ਮੈਂ ਤੋਂ ਵੀ ਮੁਕਤ ਹੋ ਜਾਂਦਾ ਹੈ, ਜੋ ਪਰ ਰਿਹਾ ਹੀ ਨਹੀਂ। ਤੇ ਜਿਹੜਾ ਮੈਂ ਤੋਂ ਮੁਕਤ ਹੋ ਜਾਂਦਾ ਹੈ, ਉਹਦਾ ਪਰ ਤੇ ਪਹਿਲਾਂ ਹੀ ਛੁੱਟ ਜਾਂਦਾ, ਤਾਂ ਹੀ ਮੈਂ ਤੋਂ ਮੁਕਤ ਹੁੰਦਾ ਹੈ। ਇਸ ਕਰਕੇ ਭਗਤ ਦਾ ਮਾਰਗ ਹੈ ਤਾਂ ਸਿਖਾਲਾ, ਬਹੁਤ ਸਹਿਜ ਹੈ, ਪਰ ਨਾ ਕੁਝ ਹੋਣਾ ਬਹੁਤ ਕਠਿਨ ਹੈ। ਥੋੜ੍ਹਾ ਜਿਹਾ ਵੀ ਗਿਆਨ ਆਦਮੀ ਨੂੰ ਟਿਕਣ ਨਹੀਂ ਦਿੰਦਾ, ਜ਼ਿਆਦਾ ਹੋਵੇ ਤੇ ਜ਼ਿਆਦਾ ਬੇਚੈਨੀ ਹੁੰਦੀ। ਤੇ ਗਿਆਨ ਜਿਹੜਾ ਹੈ ਨਾ, ਇਹ ਤੁਹਾਨੂੰ ਕਿਸੇ ਪਾਸੇ ਨਹੀਂ ਲੈ ਕੇ ਜਾਣ ਦੇਵੇਗਾ। ਇਹ ਪਰ ਹੈ ਗਿਆਨ, ਪਰ ਤੋਂ ਛੁਟਕਾਰਾ ਪਾਉਣਾ ਹੈ। ਹਰ ਚੀਜ਼ ਹੀ ਪਰ ਹੈ, ਤੁਸੀਂ ਸੋਚ ਰਹੇ ਹੋ ਪਰ ਹੈ। ਤੇ ਮੁਕਤੀ ਬਾਰੇ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ, ਤੁਹਾਡਾ ਮਨ ਸੋਚ ਵੀ ਨਹੀਂ ਸਕਦਾ, ਸਿਰਫ ਗੱਲਾਂ ਹੀ ਕਰ ਸਕਦੇ ਤੁਸੀਂ। ਤੇ ਗੱਲਾਂ ਨਾ ਕਰੋ, ਦੂਸਰੇ ਨੂੰ ਨਾ ਸਮਝਾਓ, ਖੁਦ ਸਮਝੋ। ਛੱਡੋ ਸਾਰਾ ਕੁਝ। ਇਹ ਮੈਂ ਪਹਿਲਾਂ ਪਿੱਛੇ ਵੀ ਕਿਹਾ ਸੀ, ਕਬੂੜ ਕਬਾੜ ਸਭ ਕੁਝ ਜਾਣਕਾਰੀ ਸਾਰੀ ਵਿਅਰਥ ਹੈ। ਚੱਲੋ ਆਪਣੇ ਮੂਲ ਕੇਂਦਰ ਵੱਲ। ਤੇ ਮੁਕਤੀ ਦੀ ਆਕਾਂକ୍ଷା ਬੁਰੀ ਨਹੀਂ ਹੈ। ਸੰਸਾਰ ਤੋਂ ਮੁਕਤ ਹੋਣਾ ਹੈ, ਤਾਂ ਹੀ ਹੋ ਸਕਦੇ ਹੋ ਜੇ ਤਾਂ ਤੁਹਾਡੇ ਅੰਦਰ ਮੁਕਤ ਹੋਣ ਦੀ ਆਕਾਂକ୍ଷା ਹੋਊਗੀ। ਮੁਕਤ ਹੋਣ ਦਾ ਭਾਵ ਸੁਰਖਰੂ, ਛੁਟਕਾਰਾ, ਸੁਤੰਤਰਤਾ, ਬੰਧਨ। ਹੁਣ ਤੁਸੀਂ ਬੰਧੇ ਹੋਏ ਹੋ ਤੇ ਬੰਧਨਾਂ ਤੋਂ ਛੁਟਕਾਰੇ ਦੀ ਆਕਾਂକ୍ଷା ਕਰੋਗੇ ਤਾਂ ਹੀ ਛੁਟਕਾਰਾ ਹੋਵੇਗਾ। ਤੁਸੀਂ ਚਾਹੋਗੇ ਹੀ ਨਹੀਂ ਛੁਟਕਣਾ, ਮੁਕਤੀ ਚਾਹੁੰਦੇ ਹੀ ਨਹੀਂ, ਫਿਰ ਮੁਕਤ ਕਿਵੇਂ ਹੋਵੇਗਾ? ਤੇ ਬੰਧੇ ਹੋਏ ਹੋ ਤੁਸੀਂ ਬੁੱਧੀ ਦੇ ਜਕੜਾਂ ਵਿੱਚ, ਕੋਈ ਮਨ ਦੇ ਜਕੜਾਂ ਵਿੱਚ, ਕੋਈ ਵਿਚਾਰਾਂ ਦੇ ਜਕੜਾਂ 'ਚ, ਕੋਈ ਸੰਸਾਰ ਦੇ ਜਕੜਾਂ 'ਤੇ। ਮੁਕਤ ਹੋਣਾ ਹੈ, ਜਾਣੋ, ਤਾਂ ਹੀ ਹੋਊ, 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 ਤਾਂ ਹੀ ਹੋਊ।